ਤੁਸੀਂ ਸੁਣ ਰਹੇ ਹੋ mundri.com ਹਰਜੀਤ ਅਟਵਾਲ ਭਾਗ 3। ਇੰਟਰਨੈਸ਼ਨਲ 에ਅਰਪੋਰਟ ਬਰਮਿੰਗਮ ਇਹ ਲੰਡਨ ਦੇ ਹੀਥਰੋ 에ਅਰਪੋਰਟ ਜਿੱਡਾ ਤਾਂ ਨਹੀਂ ਪਰ ਦੇਸ਼ ਦੇ ਦੂਜੇ ਨੰਬਰ ਦਾ ਜ਼ਰੂਰ ਹੈ। ਜਿਵੇਂ ਬਰਮਿੰਗਮ ਇੰਗਲੈਂਡ ਦਾ ਦੂਜਾ ਵੱਡਾ ਸ਼ਹਿਰ, ਇੱਥੇ ਅੰਤਰਰਾਸ਼ਟਰੀ ਉਡਾਨਾਂ ਚੜ੍ਹਦੀਆਂ ਉਤਰਦੀਆਂ ਹਨ। ਹਜ਼ਾਰਾਂ ਲੱਖਾਂ ਯਾਤਰੂ ਇਸ ਹਵਾਈ ਅੱਡੇ ਨੂੰ ਵਰਤਦੇ ਹਨ। 에ਅਰਪੋਰਟ ਉੱਪਰ ਹਜ਼ਾਰਾਂ ਕਰਮਚਾਰੀ ਕੰਮ ਕਰਦੇ ਹਨ ਤੇ ਇਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਈ ਕੰਪਨੀਆਂ ਅਤੇ ਕਈ ਫਰਮਾਂ ਕੰਮ ਕਰ ਰਹੀਆਂ ਹਨ। ਇਹਨਾਂ ਕੰਪਨੀਆਂ ਵਿੱਚੋਂ ਇੱਕ ਕੰਪਨੀ ਦਾ ਨਾਂ ਹੈ ਸਕਾਈ ਲਾਰਡ ਗੌਰਮੈਂਟ। ਇਹ ਕੰਪਨੀ M42 ਤੋਂ 에ਅਰਪੋਰਟ ਵੱਲ ਮੁੜਦਿਆਂ ਹੀ ਖੱਬੇ ਪਾਸੇ ਵੱਡੀ ਸਾਰੀ ਇੰਡਸਟਰੀਅਲ estate ਵਿੱਚ ਸਥਿਤ ਹੈ। ਇਸ ਦੇ ਸਾਈਨ ਮੇਨ ਰੋਡ ਤੋਂ ਮਿਲ ਜਾਂਦੇ ਹਨ। ਸੜਕ ਦੁਆਲੇ ਝਾੜੀਆਂ ਰੁੱਖਾਂ ਕਾਰਨ ਭਾਵੇਂ ਇਹ ਇਮਾਰਤ ਸੜਕ ਤੋਂ ਨਜ਼ਰ ਨਹੀਂ ਆਉਂਦੀ, ਪਰ ਉਸ ਪਾਸੇ ਨੂੰ ਮੁੜਦਿਆਂ ਹੀ ਦਿਸ ਪੈਂਦੀ ਹੈ। ਖੁੱਲੀ ਚੌੜੀ 2 ਮੰਜ਼ਿਲਾ ਇਮਾਰਤ ਉੱਪਰ ਮੋٹے ਅੱਖਰਾਂ ਵਿੱਚ ਲਿਖਿਆ ਹੈ ਸਕਾਈ ਲਾਰਡ ਗੌਰਮੈਂਟ। ਇਹ ਕੰਪਨੀ 에ਅਰਲਾਈਨਾਂ ਦੇ ਮੁਸਾਫਰਾਂ ਲਈ ਖਾਣਾ ਤਿਆਰ ਕਰਦੀ ਹੈ। ਕਈ 에ਅਰਲਾਈਨਾਂ ਨੂੰ ਇਹਨਾਂ ਦਾ ਖਾਣਾ ਜਾਂਦਾ ਹੈ। ਹਵਾਈ ਜਹਾਜ਼ ਵਿੱਚ ਖਾਣੇ ਤੇ ਪੀਣੇ ਵਾਲੀਆਂ ਸਮਾਨ ਦੀਆਂ ਟਰਾਲੀਆਂ ਇੱਥੇ ਭਰੀਆਂ ਜਾਂਦੀਆਂ ਹਨ ਤੇ ਜਹਾਜ਼ ਵਿੱਚੋਂ ਮੁੜਦੀਆਂ ਟਰਾਲੀਆਂ ਇੱਥੇ ਖਾਲੀ ਕੀਤੀਆਂ ਜਾਂਦੀਆਂ ਹਨ। 1000 ਤੋਂ ਵੱਧ ਲੋਕ ਇੱਥੇ ਕੰਮ ਕਰਦੇ ਹਨ। 24 ਘੰਟੇ ਕੰਮ ਚੱਲਦਾ ਹੈ। ਇਸ 2 ਮੰਜ਼ਲੀ ਇਮਾਰਤ ਦੇ ਹੇਠਲੇ ਹਿੱਸੇ ਦਾ ਭਾਗ ਰਸੋਈ ਦੇ ਤੌਰ ਤੇ ਬਣਿਆ ਹੋਇਆ ਹੈ। ਇੱਥੇ ਭਾਂਤ ਦਾ ਖਾਣਾ ਬਣਦਾ ਹੈ ਜੋ ਅੱਗੇ ਢੱਕਣ ਵਾਲੇ ਟਰੇਆਂ ਵਿੱਚ ਬੰਦ ਕੀਤਾ ਜਾਂਦਾ ਹੈ। ਉਹ ਟਰੇਆਂ ਜੋ ਮੁਸਾਫਰਾਂ ਨੂੰ ਹਵਾਈ ਜਹਾਜ਼ ਵਿੱਚ ਵਰਤਾਏ ਜਾਂਦੇ ਹਨ। ਹਰ 에ਅਰਲਾਈਨ ਦਾ ਆਪਣਾ ਮੈਨੂ ਹੁੰਦਾ ਹੈ। 에ਅਰ ਇੰਡੀਆ ਦਾ ਹੋਰ, 에ਅਰ ਚਾਈਨਾ ਦਾ ਹੋਰ ਤੇ ਜਾਪਾਨ 에ਅਰਲਾਈਨ ਦਾ ਹੋਰ। ਇਵੇਂ ਹੀ ਅਰਬੀ ਤੇ ਅਫਰੀਕਾ 에ਅਰਲਾਈਨਾਂ ਦੇ ਵੱਖਰੇ ਮੈਨੂ ਹੁੰਦੇ ਹਨ। ਇੱਥੇ ਸੈਂਕੜੇ ਸ਼ੈਫ ਜਾਂ ਬਾਵਰਚੀ ਕੰਮ ਕਰਦੇ ਹਨ। ਇਹ ਖਾਣਾ ਤਿਆਰ ਹੋ ਕੇ ਉੱਪਰਲੀ ਮੰਜ਼ਿਲ ਦੇ ਪਹਿਲੇ ਹਾਲ ਵਿੱਚ ਚਲੇ ਜਾਂਦਾ ਹੈ, ਜਿੱਥੇ ਕਨਵੇਅਰ ਚੱਲਦੀ ਹੈ, ਜਿਸ ਉੱਪਰ ਟਰੇ ਰੱਖੇ ਜਾਂਦੇ ਹਨ ਤੇ ਕਾਮੇ ਇਹਨਾਂ ਨੂੰ ਭਰੀ ਜਾਂਦੇ ਹਨ। ਇੱਕ ਕਾਮੇ ਨੇ ਹਰ ਡੱਬੇ ਵਿੱਚ ਇੱਕ ਆਈਟਮ ਪਾਉਣੀ ਹੁੰਦੀ ਹੈ। ਜਦੋਂ ਡੱਬਾ ਭਰ ਜਾਂਦਾ ਹੈ ਤਾਂ ਕਾਮਾ ਟਰੇ ਦਾ ਢੱਕਣ ਬੰਦ ਕਰਕੇ ਇਸ ਨੂੰ ਅੱਗੇ ਟਰਾਲੀ ਵਿੱਚ ਰੱਖਦਾ ਜਾਂਦਾ ਹੈ। ਟਰਾਲੀ ਭਰ ਜਾਵੇ ਤਾਂ ਅੱਗੇ ਚੈਕਰ ਇਸ ਦਾ ਨਿਰੀਖਣ ਕਰਦਾ ਹੈ ਕਿ ਟਰਾਲੀ ਹਰ ਡੱਬੇ ਦੇ ਵਿੱਚ ਮਾਲ ਸਹੀ ਪਿਆ ਹੈ ਕਿ ਨਹੀਂ। ਉਸ ਕੋਲ ਲਿਸਟ ਤਾਂ ਹੁੰਦੀ ਹੀ ਹੈ ਕਿ ਡੱਬੇ ਵਿੱਚ 에ਅਰਲਾਈਨ ਦੇ ਆਰਡਰ ਮੁਤਾਬਕ ਕੀ ਚਾਹੀਦਾ ਹੈ। ਇਹ ਚੈਕਰ ਇਸ ਟਰਾਲੀ ਨੂੰ ਅਗਾਂਹ ਤੱਕ ਦਿੰਦਾ ਹੈ। ਇਵੇਂ ਹੀ ਦੂਜੇ ਹਾਲ ਵਿੱਚ ਟਰਾਲੀਆਂ ਵਿੱਚ ਸੁੱਕਾ ਮਾਲ ਲੱਦਿਆ ਜਾਂਦਾ ਹੈ, ਜਿਵੇਂ ਕਿ ਜੂਸ, ਪਾਣੀ, ਕੋਕ ਜਾਂ ਹੋਰ ਸੋਡੇ। ਇਹਨਾਂ ਦੀ ਵੀ ਲਿਸਟ ਹੁੰਦੀ ਹੈ ਕਿ ਕਿੰਨਾ ਮਾਲ ਇੱਕ ਟਰਾਲੀ ਵਿੱਚ ਚਾਹੀਦਾ ਹੈ। ਕਾਮੇ ਟਰਾਲੀ ਭਰ ਦਿੰਦੇ ਹਨ, ਚੈਕਰ ਚੈੱਕ ਕਰਕੇ ਪਾਸ ਕਰ ਦਿੰਦਾ ਹੈ ਤੇ ਮੁੱਖ ਹਾਲ ਵਿੱਚ ਧੱਕ ਦਿੰਦਾ ਹੈ। ਇਵੇਂ ਹੀ ਤੀਜੇ ਹਾਲ ਵਿੱਚ ਸ਼ਰਾਬੀ ਤੇ ਬਿਆਰ ਹੁੰਦੀ ਹੈ। ਆਰਡਰ ਮੁਤਾਬਕ ਟਰਾਲੀ ਭਰ ਦਿੱਤੀ ਜਾਂਦੀ ਹੈ ਤੇ ਚੈਕਰ ਚੈੱਕ ਕਰਕੇ ਅੱਗੇ ਤੋੜ ਦਿੰਦਾ ਹੈ। ਚੌਥੇ ਹਾਲ ਵਿੱਚ ਜਹਾਜ਼ ਵਿੱਚ ਡਿਊਟੀ ਫ੍ਰੀ ਵਿਕਣ ਵਾਲਾ ਸਮਾਨ ਹੁੰਦਾ ਹੈ, ਜਿਵੇਂ ਕਿ ਸਿਗਰਟਾਂ, ਪਰਫਿਊਮ, ਸ਼ਰਾਬ ਦੀਆਂ ਬੋਤਲਾਂ ਆਦਿ। ਵੱਖਰੀ 에ਅਰਲਾਈਨ ਦਾ ਵੱਖਰਾ ਆਰਡਰ ਤਿਆਰ ਕਰਕੇ ਟਰੱਕਾਂ ਵਿੱਚ ਚੜ੍ਹਨ ਲਈ ਤਿਆਰ ਕਰ ਦਿੱਤਾ ਜਾਂਦਾ ਹੈ। ਟਿੱਕਾ ਇੱਥੇ ਚੈਕਰ ਵਜੋਂ ਕੰਮ ਕਰਦਾ ਸੀ। ਹਵਾਈ ਜਹਾਜ਼ ਵਿੱਚੋਂ ਵਾਪਸ ਮੁੜਦੀਆਂ ਟਰਾਲੀਆਂ ਵਿੱਚ ਬਚਿਆ ਸਮਾਨ ਕੱਢ ਲਿਆ ਜਾਂਦਾ ਹੈ। ਖਾਣੇ ਵਾਲੇ ਟਰੇ ਤਾਂ ਸਿੱਧਾ ਹੀ ਖਰਾਬ ਡਸਟਬਿਨ ਵਿੱਚ ਹੀ ਸਿੱਟ ਦਿੱਤੇ ਜਾਂਦੇ ਹਨ, ਪਰ ਦੂਜੇ ਮਾਲ ਨੂੰ ਸੰਭਾਲ ਲਿਆ ਜਾਂਦਾ ਹੈ। ਬਚੇ ਹੋਏ ਮਾਲ ਨੂੰ ਦੁਬਾਰਾ ਵਰਤ ਲਿਆ ਜਾਂਦਾ ਹੈ। ਇਸ ਬਚੇ ਹੋਏ ਮਾਲ ਦਾ ਬਹੁਤਾ ਰਿਕਾਰਡ ਨਹੀਂ ਹੁੰਦਾ, ਇਸ ਲਈ ਸ਼ਰਾਬ ਕਾਮਿਆਂ ਨੂੰ ਖੁੱਲ੍ਹ ਖੇਡ ਹੁੰਦੀ ਹੈ, ਜੋ ਚਾਹੇ ਜਿੰਨੀ ਪੀ ਸਕਦਾ ਹੈ। ਭਾਵੇਂ ਇਹ ਹੈ ਤਾਂ ਗੈਰ ਕਾਨੂੰਨੀ ਹੀ, ਪਰ ਅਫਸਰ ਅੱਖਾਂ ਮੀਟ ਲੈਂਦੇ ਹਨ। ਬਹੁਤੀ ਵਾਰ ਉਹ ਵੀ ਬਾਕੀ ਕਾਮਿਆਂ ਨਾਲ ਰਲ ਜਾਂਦੇ ਹਨ। ਇੱਕ ਦਿਨ ਮੈਨੇਜਰ ਪੀਟਰ ਕੈਂਬਰਲੇ ਨੇ ਫੂਡ ਸੈਕਸ਼ਨ ਦੇ ਸਾਰੇ ਚੱਕਰਾਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਹਿਣ ਲੱਗਾ, ਲੁੱਕ ਮਾਈ ਫਰੈਂਡਸ, ਆਪਣੀ ਪ੍ਰੋਡਕਸ਼ਨ ਘੱਟ ਹੈ। ਕਨਵੇਅਰਾਂ ਦੀਆਂ ਬੈਲਟਾਂ ਤੇ ਔਰਤ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ। ਗੱਲਾਂ ਬਹੁਤੀਆਂ ਕਰਦੀਆਂ ਹਨ, ਕੰਮ ਘੱਟ। ਮੈਂ ਤੁਹਾਡੇ ਤੋਂ ਆਸ ਰੱਖਦਾ ਕਿ ਉਹਨਾਂ ਤੋਂ ਜ਼ਿਆਦਾ ਕੰਮ ਲਵੋ। ਸਾਰੇ ਇੱਕ ਦੂਜੇ ਵੱਲ ਤੱਕਣ ਲੱਗੇ। ਫਿਰ ਸਾਰਿਆਂ ਟਿੱਕੇ ਵੱਲ ਦੇਖਿਆ, ਕਿਉਂਕਿ ਕੰਮ ਕਰਨ ਵਾਲੀਆਂ ਔਰਤਾਂ ਵਿੱਚੋਂ ਜ਼ਿਆਦਾ ਗਿਣਤੀ ਏਸ਼ੀਅਨ ਔਰਤਾਂ ਦੀ ਸੀ। ਜੋ ਕਿਸੇ ਨੂੰ ਬੋਲੀ ਦੀ ਸਮੱਸਿਆ ਪਵੇ ਤਾਂ ਟਿੱਕਾ ਹੀ ਕੰਮ ਆਉਂਦਾ ਹੈ। ਮੈਨੇਜਰ ਪੀਟਰ ਕੈਂਬਰਲੇ ਨੇ ਇੱਕ ਵਾਰ ਫਿਰ ਆਪਣੀ ਗੱਲ ਦੁਹਰਾਈ, ਇਸ ਵਾਰ ਉਹ ਵੀ ਜਿਵੇਂ ਟਿੱਕੇ ਨੂੰ ਹੀ ਮੁਖਾਤਬ ਹੋ ਰਿਹਾ ਹੋਵੇ। ਟਿੱਕਾ ਬੋਲਿਆ, ਮਿਸਟਰ ਕੈਂਬਰਲੇ, ਅਸੀਂ ਸਾਰੇ ਦਿਨ ਚੈਕਰ ਹਾਂ। ਸਾਡਾ ਕੰਮ ਹੈ ਉਹਨਾਂ ਵੱਲੋਂ ਤਿਆਰ ਕੀਤੇ ਮਾਲ ਨੂੰ ਚੈੱਕ ਕਰਨਾ। ਜੇ ਕਿਧਰੇ ਗਲਤੀ ਹੋਵੇ ਤਾਂ ਕੰਟਰੋਲਰ ਨੂੰ ਇਸ ਬਾਰੇ ਦੱਸਣਾ, ਪਰ ਵਰਕਰਾਂ ਨੇ ਕਿਹੜਾ ਕੰਮ ਕਰਨਾ ਹੈ ਤੇ ਕਿਵੇਂ ਕਰਨਾ ਹੈ, ਇਹ ਡਿਊਟੀ ਤਾਂ ਕੰਟਰੋਲਰ ਦੀ ਹੀ ਹੈ। ਮਿਸਟਰ ਸਿੰਘ, ਤੂੰ ਹੀ ਉਹਨਾਂ ਦੀ ਮਦਦ ਲਈ ਸਾਡੇ ਕੋਲ ਆਉਣਾ ਹੁੰਨਾ। ਮਿਸਟਰ ਕੈਂਬਰਲੇ, ਮੈਂ ਕਦੇ ਕਿਸੇ ਨਾਲ ਸਿਰਫ ਟਰਾਂਸਲੇਟਰ ਦੇ ਤੌਰ ਤੇ ਆਉਣਾ, ਨਾ ਕਿ ਯੂਨੀਅਨ ਰੈਂਪ ਵਜੋਂ। ਜਿਸ ਦਿਨ ਤੁਸੀਂ ਮੈਨੂੰ ਕੰਟਰੋਲਰ ਬਣਾ ਦਿਓਗੇ ਤਾਂ ਮੈਂ ਤੁਹਾਡਾ ਇਹ ਕੰਮ ਵੀ ਕਰ ਦੇਵਾਂਗਾ। ਆਖਦਾ ਟਿੱਕਾ ਹੱਸਣ ਲੱਗਿਆ ਤੇ ਨਾਲ ਦੇ ਚੱਕਰ ਵੀ ਹੱਸੇ। ਪੀਟਰ ਕੈਂਬਰਲੇ ਵੀ ਉਸ ਵਿਅੰਗ ਨੂੰ ਸਮਝਿਆ ਤੇ ਹੱਸਿਆ। ਬੋਲਿਆ, ਜੇ ਮੇਰੇ ਵੱਸ ਹੁੰਦਾ ਤਾਂ ਮੈਂ ਜ਼ਰੂਰ ਬਣਾ ਦਿੰਦਾ, ਪਰ ਹੁਣ ਤੁਸੀਂ ਮੇਰਾ
ਸਾਰੇ ਇਹ ਕੰਮ ਕਰੋ। ਤੁਹਾਨੂੰ ਪਤਾ ਹੈ ਕਿ ਬਰਨੀ ਅੱਜ ਕੱਲ੍ਹ ਛੁੱਟੀਆਂ ਹੈ ਤੇ ਮਾਈਕ ਨੂੰ ਇਹ ਕੁਝ ਸਮਝਦੀਆਂ ਨਹੀਂ। ਟਿੱਕੇ ਨੇ ਹੱਥ ਖੜਾ ਕਰਦਿਆਂ ਆਖਿਆ, ਮਿਸਟਰ ਕੈਂਬਰਲੇ, ਮੈਂ ਇੱਕ ਹੋਰ ਸਧਾਰਨ ਜਿਹੀ ਗੱਲ ਕਰਨੀ ਚਾਹੁੰਦਾ ਹਾਂ। ਮਾਈਂਡ ਨਾ ਕਰਨਾ, ਮੈਂ ਯੂਨੀਅਨ ਵਿੱਚ ਨਹੀਂ ਹਾਂ, ਪਰ ਮੈਨੂੰ ਪਤਾ ਹੈ ਯੂਨੀਅਨ ਵਾਲੇ ਵੀ ਕੁਝ ਨਹੀਂ ਕਰ ਰਹੇ। ਇਹ ਗੱਲ ਹੈ ਕਿ ਕੋਈ ਵੇਲਾ ਸੀ ਜਦੋਂ ਇੱਕ ਕਾਮੇ ਮਗਰ ਰੋਜ਼ਾਨਾ 7 ਜਾਂ 8 ਟਰਾਲੀਆਂ ਔਸਤਨ ਭਰਦੀਆਂ ਸਨ, ਅਤੇ ਫਿਰ ਇਹ ਗਿਣਤੀ 10 ਹੋ ਗਈ। ਹੁਣ ਔਸਤਨ ਇੱਕ ਕਾਮਾ 20 ਟਰਾਲੀਆਂ ਰੋਜ਼ਾਨਾ ਭਰ ਰਿਹਾ ਹੈ, ਪਰ ਤਨਖਾਹ ਉਨੀ ਦੀ ਉਨੀ ਹੀ ਹੈ। ਇਹ ਕਿਉਂ? ਤੇ ਤੁਸੀਂ ਇੱਕ ਕਾਮੇ ਤੋਂ ਕਿੰਨੇ ਕੁ ਕੰਮ ਦੀ ਆਸ ਰੱਖਦੇ ਹੋ? ਦੇਖ ਸਿੰਘ, ਟੋਰੀ ਸਰਕਾਰ ਦੀਆਂ ਪ੍ਰਾਪਤੀਆਂ ਇਕਨੋਮੀ ਬੂਮ ਕਰ ਰਹੀਆਂ ਹਨ। ਜੇ ਕਾਮਾ ਪੂਰੀ ਤਰ੍ਹਾਂ ਕੰਮ ਨਹੀਂ ਕਰੇਗਾ ਤਾਂ ਇਕਨੋਮੀ ਦਾ ਗ੍ਰਾਫ ਉੱਪਰ ਕਿਵੇਂ ਜਾਵੇਗਾ? 8 ਘੰਟੇ ਦੇ ਕੰਮ ਵਿੱਚ ਛੁੱਟੀਆਂ ਹੀ ਕਿੰਨੀਆਂ ਹੁੰਦੀਆਂ ਸੀ। ਦੇਖ, ਇਸ ਸਰਕਾਰ ਨੇ ਆ ਕੇ ਸਭ ਕੁਝ ਕਿਵੇਂ ਸੋਧ ਦਿੱਤਾ। ਜਿਵੇਂ ਤੁਸੀਂ ਕਾਮੇ ਔਖੇ ਹੋ, ਇਵੇਂ ਉੱਪਰਲੇ ਦਬਾਅ ਤੋਂ ਮੈਨੇਜਮੈਂਟ ਵੀ ਔਖੀ ਆ। ਪਰ ਇਹ ਹੈ ਸਹੀ, ਇਹ ਬੂਮਿੰਗ ਨਕਲੀ ਹੈ। ਦੇਖੋ, ਟੈਰੀ ਸਰਕਾਰ ਸਾਰੇ ਮਹਿਕਮਾ ਦਾ ਵੇਚੀ ਜਾਂਦੀ ਹੈ। ਮਿਸਟਰ ਸਿੰਘ, ਆਪਾਂ ਸਿਆਸਤ ਦੀ ਗੱਲ ਛੱਡੀਏ ਤੇ ਆਪਣੀ ਕੰਪਨੀ ਦੀ ਕਰੀਏ। ਆਪਾਂ ਇਹਦੀ ਬਿਹਤਰੀ ਲਈ ਕੰਮ ਕਰਨਾ, ਜਿੱਥੋਂ ਤਨਖਾਹ ਲੈਂਦੇ ਆ। ਮੈਂ ਤਾਂ ਕਦੇ ਵੀ ਕੰਮ ਤੋਂ ਪਿੱਛੇ ਨਹੀਂ ਹਟਿਆ। ਮੈਂ ਗੱਲ ਨਹੀਂ ਕਹਿ ਰਿਹਾ, ਮੈਂ ਤਾਂ ਇਹ ਕਹਿ ਰਿਹਾ ਸੀ ਕਿ ਔਰਤਾਂ ਤੇਰੀ ਭਾਸ਼ਾ ਸਮਝਦੀਆਂ, ਤੂੰ ਇਹਨਾਂ ਨੂੰ ਸਮਝਾ ਕੇ ਗੱਲਾਂ ਘੱਟ ਤੇ ਕੰਮ ਜ਼ਿਆਦਾ ਕਰਵਾ। ਮੈਨੇਜਰ ਦੀ ਗੱਲ ਤੇ ਟਿੱਕੇ ਨੇ ਸਿਰ ਜਾ ਮਾਰਿਆ ਤੇ ਬਾਕੀ ਦੇ ਚੱਕਰ ਵੀ ਉਸਦੀ ਹਾਂ ਵਿੱਚ ਹਾਂ ਮਿਲਾਉਂਦੇ ਮੈਨੇਜਰ ਦੇ ਦਫ਼ਤਰ ਵਿੱਚੋਂ ਤੁਰ ਪਏ। ਮੈਨੇਜਰ ਨੂੰ ਟਿੱਕੇ ਦਾ ਸੁਭਾਅ ਪਤਾ ਸੀ ਕਿ ਉਹ ਮਾਣਾਈ ਗੱਲ ਹੀ ਕਰਨੀ ਸੀ। ਉਹਨੂੰ ਇਹ ਵੀ ਪਤਾ ਸੀ ਕਿ ਟਿੱਕਾ ਵਧੀਆ ਕਾਮਾ ਸੀ, ਪਰ ਕੰਮ ਆਪਣੀ ਮਰਜ਼ੀ ਨਾਲ ਹੀ ਕਰਦਾ ਸੀ। ਉਹ ਹਰ ਟੀਮ ਵਿੱਚ ਫਿੱਟ ਹੋ ਜਾਂਦਾ। ਕਦੇ ਕੋਈ ਕੰਮ ਰੁਕਿਆ ਹੁੰਦਾ ਤਾਂ ਟਿੱਕਾ ਮੂਹਰੇ ਹੋ ਕੇ ਕੰਮ ਨੂੰ ਮੁਕਾਉਣ ਦੀ ਕੋਸ਼ਿਸ਼ ਕਰਦਾ। ਕਿਸੇ ਹੋਰ ਕਾਮੇ ਨਾਲ ਹੱਥ ਪਾਉਣ ਤੋਂ ਵੀ ਪਿੱਛੇ ਨਾ ਹਟਦਾ। ਇੱਕ ਵਾਰ ਜਦ ਕੰਟਰੋਲਰ ਬਰਨੀ ਨੂੰ ਹੇਠਾਂ ਰਸੋਈ ਵਿੱਚ ਭੇਜਿਆ ਗਿਆ ਸੀ ਤਾਂ ਟਿੱਕੇ ਨੂੰ ਵੀ ਆਪਣੇ ਨਾਲ ਲੈ ਗਿਆ ਸੀ। ਉਹ ਬਰਨੀ ਦਾ ਸਭ ਤੋਂ ਵਿਸ਼ਵਾਸ ਵਾਲਾ ਕਾਮਾ ਸੀ। ਟਿੱਕੇ ਨੇ ਕਨਵੇਅਰ ਤੇ ਆ ਕੇ ਦੇਖਿਆ ਕਿ ਮੈਨੇਜਰ ਨੇ ਬੈਲਟ ਚੱਲਣ ਦੀ ਸਪੀਡ ਕੁਝ ਵਧਾ ਦਿੱਤੀ ਸੀ। ਉਹ ਸਮਝ ਗਿਆ ਕਿ ਇਸ ਸਪੀਡ ਨੂੰ ਵਧਾਉਣ ਲਈ ਹੀ ਸਾਰੇ ਚੱਕਰਾਂ ਨੂੰ ਆਪਣੇ ਯਕੀਨ ਵਿੱਚ ਲੈਣਾ ਚਾਹੁੰਦਾ ਸੀ। ਸਪੀਡ ਵਧਣ ਨਾਲ ਹੁਣ ਟਰੇ ਭਰਨ ਵਾਲੀਆਂ ਔਰਤਾਂ ਨੂੰ ਕਾਹਲੀ ਕਾਹਲੀ ਹੱਥ ਮਾਰਨਾ ਪੈਂਦਾ ਸੀ। ਪੰਜਾਬੀ ਔਰਤਾਂ ਵਿੱਚੋਂ ਬਹੁਤੀਆਂ ਟਿੱਕੇ ਨਾਲ ਗੱਲ ਕਰਕੇ ਖੁਸ਼ ਨਹੀਂ ਸਨ। ਉਹ ਡਰਦੀਆਂ ਸਨ ਕਿ ਪਤਾ ਨਹੀਂ ਅੱਗੋਂ ਟਿੱਕਾ ਕੀ ਕਹਿ ਦੇਵੇ। ਇਸ ਲਈ ਉਹਨਾਂ ਨੇ ਮੌਰੀਸ਼ੀਅਨ ਮੂਲ ਦੀ ਭਾਰਤੀ ਔਰਤ ਰਾਹੀਂ ਸ਼ਿਕਾਇਤ ਕਰਵਾਈ। ਤਾਨੀਆ ਕਹਿਣ ਲੱਗੀ, ਲੁੱਕ ਪਰਮਿਟ ਬੈਲਟ ਸੋ ਫਾਸਟ। ਫਾਸਟ ਦਾ ਮਤਲਬ ਕੰਮ ਫਾਸਟ ਕਰੋ। ਇਹ ਮੈਨੇਜਮੈਂਟ ਦਾ ਹੁਕਮ ਹੈ, ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ। ਉਹ ਮੋਢੇ ਹਿਲਾਉਂਦਾ ਤੁਰ ਗਿਆ। ਪੰਜਾਬੀ ਔਰਤਾਂ ਕਚੀਰਾ ਜਿਹਾ ਕਰਦੀਆਂ ਰਹੀਆਂ। ਪੰਜਾਬੀ ਔਰਤਾਂ ਦਾ ਬਿਨਾਂ ਮਤਲਬ ਬੋਲੀ ਜਾਣਾ ਟਿੱਕੇ ਨੂੰ ਚੰਗਾ ਨਹੀਂ ਸੀ ਲੱਗਦਾ। ਉਹਨਾਂ ਦੇ ਬੜਬੋਲੇਪਣ ਦਾ ਟਿੱਕਾ ਵੀ ਸ਼ਿਕਾਰ ਹੋ ਚੁੱਕਿਆ ਸੀ। ਪਰ ਟਿੱਕੇ ਨੇ ਵੀ ਅਜਿਹਾ ਸਬਕ ਦਿੱਤਾ ਸੀ ਕਿ ਉਹ ਟਿੱਕੇ ਨਾਲੋਂ ਗੱਲ ਕਰਨ ਨੂੰ ਹੀ ਡਰਨ ਲੱਗੀਆਂ। ਜਦ ਕੰਮ ਤੇ ਪਤਾ ਚੱਲਿਆ ਕਿ ਟਿੱਕੇ ਦੀ ਦੂਜੀ ਘਰਵਾਲੀ ਵੀ ਚਲੇ ਗਈ ਹੈ ਤਾਂ ਮਹਿੰਦਰ ਕੌਰ ਕਹਿਣ ਲੱਗੀ, ਵੇ ਟਿੱਕਿਆ, ਤੇਰੇ ਪੱਲੇ ਵੀ ਕੁਛ ਹੈ। ਟਿੱਕੇ ਦੀ ਇਹ ਦੁੱਖ ਦੀ ਰਗ ਸੀ। ਕਈ ਲੋਕ ਉਸ ਉੱਪਰ ਇਹ ਤੁਹਮਤ ਲਾਉਣ ਲੱਗਦੇ ਸਨ। ਉਹ ਔਖਾ ਹੁੰਦਾ ਬੋਲਿਆ, ਆ ਜਾ ਕਿਸੇ ਵੇਲੇ, ਦਿਖਾ ਦਿੰਨਾ ਮੇਰੇ ਕੋਲ ਜੋ ਕੁਛ ਹੈਗਾ। ਵੇ ਟਿੱਕਿਆ, ਅਕਲ ਨਾਲ ਬੋਲ, ਮੈਂ ਤੇਰੀਆਂ ਮਾਵਾਂ ਵਰਗੀਆਂ। ਜੇ ਮਾਵਾਂ ਵਰਗੀਆਂ ਤਾਂ ਆਪਣੀ ਕਿਸੇ ਕੁੜੀ ਨੂੰ ਭੇਜ ਦੇ, ਉਹ ਤੈਨੂੰ ਆ ਕੇ ਸਾਰੀ ਕਹਾਣੀ ਦੱਸ ਦਿਓ। ਮਹਿੰਦਰ ਕੌਰ ਤਾਂ ਜਿਵੇਂ ਸੁਸਰੀ ਵਾਂਗ ਸੌਂ ਗਈ। ਉਹ ਬੋਲਣ ਜੋਗੀ ਹੀ ਨਹੀਂ ਰਹੀ ਸੀ। ਉਸ ਦੇ ਨਾਲ ਖੜੀ ਗੁਰਬੰਸ ਕੌਰ, ਜੋ ਟਿੱਚਰਬਾਜੀ ਦੀ ਮਾਹਰ ਮੰਨੀ ਜਾਂਦੀ ਸੀ, ਬੋਲੀ, ਚੱਲ ਵੇ ਟਿੱਕਿਆ, ਤੇਰੇ ਨਾਲ ਮੈਂ ਚੱਲਦੀ ਆਂ, ਦੇਖਦੀ ਆਂ ਤੇਰੇ ਕੋਲ ਕੀ ਆ ਜਿਹਦੇ ਸਿਰ ਤੇ ਇੰਨਾ ਬੋਲਦਾ। ਨਹੀਂ, ਮੈਂ ਤੇਰੇ ਨਾਲ ਜਾ ਕੇ ਕੋਈ ਬਿਮਾਰੀ ਨਹੀਂ ਲਵਾਉਣੀ। ਕਹਿ ਕੇ ਟਿੱਕਾ ਆਪਣੇ ਕੰਮ ਨੂੰ ਜਾ ਲੱਗਿਆ ਤੇ ਸਾਰੀਆਂ ਔਰਤਾਂ ਉਸ ਨੂੰ ਬੁਰਾ ਭਲਾ ਕਹਿੰਦੀਆਂ ਰਹੀਆਂ। ਉਸ ਤੋਂ ਬਾਅਦ ਉਹ ਟਿੱਕੇ ਨਾਲ ਸਿਰਫ ਕੰਮ ਦੀ ਗੱਲ ਹੀ ਕਰਦੀਆਂ। ਵੈਸੇ ਟਿੱਕਾ ਕਿਸੇ ਦੇ ਸਿਰ ਨਹੀਂ ਸੀ ਆਉਂਦਾ। ਜੇ ਕੋਈ ਉਸ ਨਾਲ ਹੱਸ ਕੇ ਬੋਲਦਾ, ਉਹ ਵੀ ਖੁਸ਼ ਹੋ ਕੇ ਮਿਲਦਾ। ਜਦੋਂ ਉਹਨਾਂ ਦੀ ਵਾਰੀ ਜੂਸ ਤੇ ਕੋਕ ਭਰਨ ਦੀ ਆਉਂਦੀ ਤਾਂ ਟਿੱਕਾ ਅੱਗੇ ਹੋ ਕੇ ਉਹਨਾਂ ਦੀ ਮਦਦ ਕਰਦਾ। ਉਸ ਨੂੰ ਪਤਾ ਸੀ ਕਿ ਇਹ ਕੰਮ ਭਾਰਾ ਹੈ ਤੇ ਔਰਤਾਂ ਲਈ ਜੂਸ ਦੇ 12 ਡੱਬਿਆਂ ਦਾ ਕੇਸ ਜਾਂ ਕੋਕ ਦੀਆਂ ਬੋਤਲਾਂ ਦੇ ਕੇਸ ਚੱਕਣੇ ਔਖੇ ਹੁੰਦੇ। ਕੰਮ ਉੱਪਰ ਬਹੁਤ ਸਾਰੀਆਂ ਔਰਤਾਂ ਕੰਮ ਕਰਦੀਆਂ ਹਨ, ਹਰ ਰੰਗ ਦੀਆਂ ਤੇ ਹਰ ਉਮਰ ਦੀਆਂ। ਟਿੱਕਾ ਜਵਾਨ ਸੀ ਤੇ ਖੂਬਸੂਰਤ ਵੀ ਸੀ। ਕਈ ਔਰਤਾਂ ਉਸ ਤੇ ਮਰਦੀਆਂ ਸਨ, ਕਈ ਉਸ ਦੇ ਨੇੜੇ ਹੋਣ ਦੀ ਕੋਸ਼ਿਸ਼ ਵੀ ਕਰਦੀਆਂ, ਪਰ ਉਹ ਦੂਰ ਹੀ ਰਹਿੰਦਾ। ਉਸ ਦਾ ਕੰਮ ਸ਼ਮਿੰਦਰ ਦੇ ਨੇੜ ਨਾਲ ਚੱਲੀ ਜਾਂਦਾ ਸੀ। ਸ਼ਮਿੰਦਰ, ਜਿਸ ਨੂੰ ਸਾਰੇ ਸ਼ਾਮੋ ਕਹਿੰਦੇ ਸਨ, ਟਿੱਕੇ ਦੇ ਮਾਮੇ ਦੇ ਮੁੰਡੇ ਸੋਢੀ ਦੀ ਪਤਨੀ ਸੀ। ਸੋਢੀ ਦੀ ਕਾਰਾਂ ਦੀ ਗੈਰੇਜ ਸੀ। ਉਹ ਸਾਰਾ ਦਿਨ ਕੰਮ ਵਿੱਚ ਫਸਿਆ ਰਹਿੰਦਾ ਤੇ ਜਦ ਟਿੱਕੇ ਦੀ ਸ਼ਾਮ ਜਾਂ ਰਾਤ ਦੀ ਸ਼ਿਫਟ ਹੁੰਦੀ ਤਾਂ ਦਿਨ ਵੇਲੇ ਉਹ ਸ਼ਾਮੋਂ ਉਸਦੇ ਘਰ ਆ ਜਾਂਦੀ। ਟਿੱਕਾ ਔਰਤ ਦੇ ਇੰਨੇ ਕੁ ਸਾਥ ਨਾਲ ਹੀ ਖੁਸ਼ ਸੀ। ਤੁਸੀਂ ਸੁਣ ਰਹੇ ਸੀ ਮੁੰਦਰੀ.com ਦਾ ਭਾਗ 3। ਧੰਨਵਾਦ।